वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु गुरु नानक देव पिता महाराज संगड़ादीप गए ने। उतों दे राजे ने सतगुरु जी नूं हर प्रकार परखण दा यतन कीता। राजे दा कसूर नहीं है, जिन्हां मनुखां दा मूँह दुध तो सड़िया होवे उन्हां नूं तुसीं लस्सी भी पीण वास्ते दिओगे ते वो फूक मार के पींदे ने भी किते गर्म तां नहीं। राजे नाल बहुत धोखा होया। जिस राजे नूं सिक्खी भाई मनसुख तो प्राप्त होई सी, क्योंकि भाई मनसुख जी नूं मिलण तो बाद राजा कर्म कांडां नूं छड्ड के धर्म कर्म दे विच प्रवृत्त होया सी। गुरु नानक साहब दा सिमरन, बाणी दा पाठ, बहुत सारे उसने जिहड़े फोकट कर्म सी वो छड्ड दिते सी। अजे उन्हें अधिकारत तौर ते जो सिक्खी ग्रहण करी दी है, जिमें अज अमृत छकी दा, उस वेले मर्यादा सी चरण पहुल दी। ये उसने प्राप्त नहीं की, पर मन ही मन उन्हें गुरु नानक दी सिक्खी जिहड़ी सी वो अपने अंदर वसाई ते उस वसी हुई सिक्खी दा एक रूप ये सामने आया
कि ਜਿਹੜੇ ਪਖੰਡੀ ਸੀ, ਝੂਠੇ ਸਨ, ਉਹ ਲੋਕ ਜਿਹੜੇ ਡੰਮੀ ਗੁਰੂ ਸਨ, ਜਦੋਂ ਆਪਾਂ ਅੱਜ ਕੋਈ ਚੀਜ਼ ਲੈਣ ਜਾਂਦੇ ਆ, ਖਾਸ ਕਰਕੇ ਮੋਬਾਈਲ ਫੋਨ ਦੇ ਸਟੋਰ ਤੇ ਆਪਾਂ ਉਹਨਾਂ ਨੂੰ ਪੁੱਛਦੇ ਵੀ ਇਹਦੀ ਡੰਮੀ ਨਹੀਂ ਆਈ। ਉਹਦੇ ਸਾਰੇ ਫੀਚਰ ਜਿਹੜੇ ਹੁੰਦੇ ਨੇ ਉਹ ਅਸਲੀ ਵਰਗੇ ਹੀ ਹੁੰਦੇ ਨੇ, ਫਰਕ ਇੰਨਾ ਹੀ ਹੁੰਦਾ ਵੀ ਉਹ ਚੱਲਦਾ ਨਹੀਂ ਹੈ। ਉਹਦੀ ਸ਼ਕਲ ਠੀਕ ਹੁੰਦੀ ਹੈ, ਅਕਲ ਪੂਰੀ ਠੀਕ ਨਹੀਂ ਹੁੰਦੀ। ਨਹੀਂ ਤਾਂ ਲੋਕ ਤਾਂ ਡੰਮੀਆਂ ਵੀ ਚੋਰੀ ਕਰਕੇ ਸਟੋਰਾਂ ਤੋਂ ਲੈ ਜਾਣ। ਜਿਹੜੇ ਡੰਮੀ ਗੁਰੂ ਸਨ, ਉਹਨਾਂ ਨੇ ਰਾਜੇ ਸ਼ਿਵਨਾਭ ਦੀ ਸ਼ਰਧਾ ਨੂੰ ਬਹੁਤ ਲੁੱਟਿਆ। ਅੱਜ ਸਾਡੇ ਨਾਲ ਵੀ ਬਹੁਤਾ ਇਹੀ ਕੁਝ ਹੁੰਦਾ ਹੈ, ਸਾਡੀ ਸ਼ਰਧਾ ਦਾ ਸ਼ੋਸ਼ਣ ਹੋ ਰਿਹਾ ਹੈ। ਹੁਣ ਲੋਕਾਂ ਨੂੰ ਪਤਾ ਹੈ ਕਿ ਧਰਮ ਦੇ ਨਾਂ ਤੇ ਬੰਦੇ ਨੇ ਧਰਮ ਕਰਮ ਕਰਨੇ ਹੀ ਕਰਨੇ ਨੇ। ਸਵੇਰੇ ਕਰਮਾਲਾ ਸਾਹਿਬ ਆਉਂਦਾ ਹੈ ਮੇਰੇ ਕੋਲ, ਮੈਂ ਜਦੋਂ ਉਸ ਨੂੰ ਫੜਿਆ, ਬੜਾ ਭਾਰਾ ਸੀ, ਸ਼ਾਇਦ ਲਾਈਟ ਵੇਟ ਹੁੰਦਾ, ਮੈਂ ਧਿਆਨ ਵੀ ਨਾ ਦਿੰਦਾ, ਪਰ ਜਦੋਂ ਮੈਂ ਉਸ ਨੂੰ ਖੋਲ੍ਹਿਆ ਤੇ ਉਹ ਪੁਰਾਣਾ ਸੀ, ਉਹਦੇ 'ਚ ਸਾਰੇ 'ਚ ਦਾਗ ਲੱਗੇ ਹੋਏ ਸੀ। ਜ਼ਰੂਰ ਕਿਸੇ ਨੇ ਦੁਬਾਰਾ ਵੇਚਣ ਦੀ ਕੋਸ਼ਿਸ਼ ਕੀਤੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਕਿੰਨੇ ਦਾ ਲਿਆ? ਕਹਿੰਦੇ 500 ਦਾ। ਮੈਂ ਕਿਹਾ ਇਹ ਤਾਂ ਹੋ ਹੀ ਨਹੀਂ ਸਕਦਾ, ਜਿੰਨਾ ਭਾਰਾ ਰੁਮਾਲਾ ਹੈ। ਫਿਰ ਜੇ ਪੁੱਛਿਆ ਵੀ ਲਿਆਂਦਾ ਕਿੱਥੋਂ? ਕਹਿੰਦੇ ਜੀ ਬਾਹਰ ਦੁਕਾਨਾਂ ਨੇ ਨਾ। ਫਿਰ ਮੈਂ ਸਟਾਫ ਨੂੰ ਵੀ ਨਾਲ ਘੱਲਿਆ, ਪਰਿਵਾਰ ਨੂੰ ਵੀ ਘੱਲਿਆ। ਹੁਣ ਇਹਨੂੰ ਕਹਿੰਦੇ ਨੇ ਸ਼ੋਸ਼ਣ, ਵੀ ਸੰਗਤ ਨੇ ਰੁਮਾਲੇ ਤਾਂ ਚੜਾਉਣੇ ਹੀ ਨੇ, ਔਰ ਅਸੀਂ ਚੜਾਉਂਦੇ ਵੀ ਬੇਤਹਾਸ਼ਾ ਹਾਂ। ਹਾਲਾਂਕਿ ਇੰਨੇ ਰੁਮਾਲਾ ਸਾਹਿਬ ਦੀ ਲੋੜ ਨਹੀਂ ਹੈ ਕਿਸੇ ਵੀ ਗੁਰਦੁਆਰੇ ਵਿੱਚ, ਪਰ ਸਾਡੀ ਇੱਕ ਟ੍ਰੈਡੀਸ਼ਨ ਬਣੀ ਹੋਈ ਹੈ ਕਿ ਅਸੀਂ ਗੁਰੂ ਨੂੰ ਵਸਤਰ ਭੇਟ ਕਰਦੇ ਹਾਂ। ਮੈਂ ਇਹਦੀ ਵਿਰੋਧਤਾ ਨਹੀਂ ਕਰਦਾ, ਪਰ ਜਦੋਂ ਵੀ ਤੁਸੀਂ ਰੁਮਾਲਾ ਸਾਹਿਬ ਖਰੀਦਦੇ ਹੋ, ਇਸ ਗੱਲ ਦਾ ਤਾਂ ਧਿਆਨ ਰੱਖੋ ਭਾਈ ਕਿ ਕੀ ਵੇਚਣ ਵਾਲਾ ਆਦਮੀ ਤੁਹਾਡੀ ਸ਼ਰਧਾ ਦਾ ਸ਼ੋਸ਼ਣ ਤਾਂ ਨਹੀਂ ਕਰ ਰਿਹਾ। ਕਿ ਉਹ ਇਹ ਸੋਚਦਾ ਹੋਵੇ ਵੀ ਧਰਮ ਦੇ ਨਾਂ ਤੇ ਜੋ ਮਰਜ਼ੀ ਕਰ ਦਿਓ। ਇਸ ਕਰਕੇ ਉਹਨਾਂ ਲੋਕਾਂ ਤੋਂ ਸੁਚੇਤ ਹੋਈਏ ਜਿਹੜੇ ਧਰਮ ਦਾ ਸ਼ੋਸ਼ਣ ਕਰਦੇ ਨੇ। ਉਹ ਨਕਲੀ ਗੁਰੂ ਵੀ ਹੋ ਸਕਦੇ ਨੇ, ਤੇ ਉਹ ਨਕਲੀ ਸ਼ਰਧਾਲੂ ਵੀ ਹੋ ਸਕਦੇ ਨੇ, ਉਹ ਨਕਲੀ ਵਪਾਰੀ ਵੀ ਹੋ ਸਕਦੇ ਨੇ ਭਾਈ। ਵੈਸੇ ਤਾਂ ਹਰ ਚੀਜ਼ ਦਾ ਇੱਕ ਆਪਣਾ ਧਰਮ ਹੈ। ਸ਼ਰਧਾਲੂ ਦਾ ਇੱਕ ਆਪਣਾ ਧਰਮ ਹੈ। ਜੇ ਕੋਈ ਗੁਰੂ ਅਖਵਾਵੇ ਤਾਂ ਉਹਦਾ ਆਪਣਾ ਧਰਮ ਹੈ, ਜੇ ਕੋਈ ਵਪਾਰੀ ਅਖਵਾਵੇ ਤਾਂ ਉਹਦਾ ਆਪਣਾ ਧਰਮ ਹੈ। ਜਿਵੇਂ ਰਾਜਾ ਹੋਵੇ ਤੇ ਸਤਿਗੁਰਾਂ ਨੇ ਲਿਖਿਆ ਬਾਣੀ 'ਚ, ਰਾਜੇ ਚੁਲੀ ਨਿਆਮ ਕੀ। ਜਿਹੜਾ ਰਾਜਾ ਨਿਆਂ ਨਹੀਂ ਕਰਦਾ ਉਹ ਗਲਤ ਹੈ। ਰਾਜੇ ਨੂੰ ਰੱਬ ਨੇ ਸਿੰਘਾਸਣ ਦਿੱਤਾ ਵੀ ਤੂੰ ਸਭ ਨਾਲ ਇਨਸਾਫ ਕਰਨਾ ਹੈ, ਤੇ ਜੇ ਸਾਰਿਆਂ ਨਾਲ ਇਨਸਾਫ ਕਰੇ ਤੇ ਉਹ ਰਾਜਾ ਮੁਬਾਰਕ ਹੈ ਭਾਈ, ਉਹ ਰਾਜਾ ਧਨ ਹੈ। ਉਹ ਰਾਜੇ ਨੂੰ ਤਾਂ ਪ੍ਰਜਾ ਵੀ ਪੂਜੇਗੀ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਰਾਜੇ ਸ਼ਿਵਨਾਭ ਨੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 4 ਕਸਵੱਟੀਆਂ ਲਾਈਆਂ। 4 ਵਾਰੀ ਗੁਰੂ ਨਾਨਕ ਸਾਹਿਬ ਨੂੰ ਪਰਖਣ ਦਾ ਯਤਨ ਕੀਤਾ। ਔਰ ਤੁਸੀਂ ਇਸ ਗੱਲ ਦਾ ਇਤਰਾਜ਼ ਨਹੀਂ ਕਰਨਾ, ਕੋਈ ਮਨ ਵਿੱਚ ਇਦਾਂ ਦੀ ਸੋਚ ਨਹੀਂ ਲੈ ਕੇ ਆਉਣੀ ਕਿ ਰਾਜਾ ਸ਼ਿਵਨਾਭ ਤੇ ਗਲਤ ਸੀ। ਉਹ ਗਲਤ ਨਹੀਂ ਸੀ,
असी गलत आ ਜਿਹੜੇ ਧਰਮ ਦੇ ਨਾਂ ਤੇ ਅੱਖਾਂ ਬੰਦ ਕਰ ਲੈਂਦੇ ਆ ਨਾ, ਅਸੀਂ ਸਾਰੇ ਹੀ ਗਲਤ ਆ। ਕਿੱਥੇ ਲਿਖਿਆ ਧਰਮ ਦੇ ਵਿੱਚ ਕਿ ਤੁਸੀਂ ਅੱਖਾਂ ਬੰਦ ਕਰਕੇ ਧਰਮ ਮੰਨੋ? ਮੈਂ ਫਿਰ ਬੇਨਤੀ ਕਰਾਂ, ਲਿਖਣਾ ਤੇ ਲਿਖ ਲਓ। ਕਹਿੰਦੇ ਨੇ ਕਿ ਬਲਾਈਂਡ ਫੇਥ ਨਹੀਂ ਹੋਣਾ ਚਾਹੀਦਾ। ਆਪਾਂ ਸਾਰੇ ਕਹਿੰਦੇ ਆ ਨਹੀਂ ਭਾਈ, ਫੇਥ ਤਾਂ ਹਮੇਸ਼ਾ ਹੀ ਬਲਾਈਂਡ ਹੁੰਦਾ ਹੈ। मैं फिर बेनती करा, एक तर्क किया जाता है कि ब्लाइंड फेथ नहीं होना चाहिए, पर जे जिहड़ा फेथ है वो तो हुंदा ही ब्लाइंड है। हाँ, फेथ करन लगे एक गल का ध्यान कर लेना कि जिहदे उत्ते तुसी फेथ करन लगे हो किते वो ब्लाइंड तो नहीं। देखो ना, मैनू दिसदा नहीं। हुण ये लड़का मेरे कोल बैठा है, मैं ये मोढे ते हथ रख के कहां भी चल, तो जे मैनू पुछी भी जावां भी आपां किधर जा रहे हैं, ये किन्ने क मिनट मैनू लैके तुरेगा जी? ये अपना मोढा छड़ाएगा, कहेगा जा अन्या जिथे जाना ही चले जा? नहीं, मैनू ये ते ब्लाइंड फेथ करना होएगा कि ये काका मैनू ठीक जगह लैके जाएगा। पर एक गल मैनू पुछ लैनी चाहिए है भी काका तू अन्ना तो नहीं किते? उन्होंने भी इनू भी ना दीदा होवे। ब्लाइंड हमेशा जिहड़ा फेथ हमेशा ही ब्लाइंड हुंदा है, पर जिहदे ते फेथ करो ये अगली गल का ध्यान करियो भी वो ब्लाइंड नहीं होना चाहिए। हाँ, इस गल का पहला यतन कर लो। मैं तो रोज़ बेनती करदा भी तुसीं सुनियारे कोल जाने हो। आ पिछे जे सोना बड़ा महंगा होया, कईयां ने वेचिया, बड़े पैसे वटे लोगों ने। तुसीं जाओ सुनियारे कोले सोना वेचण, क्या जी वो अपनी कलाकारी करदा है, कदे इधरों वेखेगा कदे इधरों वेखेगा। तुहानूं वेचण वालियां नूं लगेगा भी किते मैं नकली तो नहीं घरों चुक लिया। पर जदों वो सारा वेख विखा के भाव कर लवेगा फिक्स, ते अपनी पालेगा तिजोरी च, मुड़ के सोने नूं दोबारा नहीं परखेगा। फिर जिहड़ा भी लैण आवेगा उन्होंने कहेगा भैन जी धर्म नाल ये सोना बिल्कुल शुद्ध है। एक बारी तसल्ली कर लो, पर रोज़ तसल्ली करनी साडा ते हाल ये है भी 20 साल लंघ गए अजे भरोसा नहीं आया गुरु ते सानू। भी तुसी पहला भरोसा कर लेंदे, 20 साल काहनूं गवाले तुसी? कोई 20 सालों बाद भज्जा जाता है, कोई 30 सालों बाद भज्जा जाता है, भी सारी उम्र ही कट ली तू पहले दिन पता कर दो सच्चा गुरु कौन है, पक्का गुरु कौन है, वधिया धर्म केड़ा है, निर्मल धर्म केड़ा है, न्यारा धर्म केड़ा है। वो केड़ा धर्म है जिथे मैनू शांति मिल सकती है, मुक्ति मिल सकती है, मैनू लोक दे सुख मिल सकते हैं, पर लोक दा सुहेलापन मिल सकता है। ये गल्लां पहले दिन करनियां चाहिदियां सी। राजे शिवनाभ ने 4 कसवटियां लाइयां, अखीर जिहड़ियां सब तो सुंदर इस्त्रियां भेजियां सी, उन्होंने जाके कहा राजा वेख असी अपनी जिंदगी च ऐसा संत नहीं वेखिया। इन्होंने जाके राजे नूं आप दसिया और उन्होंने तसल्ली हो गई। ऐसो संत पिखियो निस जाए, सुनत भूप मन में हर खाना, है ए श्री नानक गत दाना। वो स्त्रियां कहन लगियां काढ़ नरक ते स्वर्ग पचाए, कहन लगियां असीं नरकां विच डुबियां स्त्रियां, सानू तां उस संत ने स्वर्गा तक पहुँचा दिता है, सानू दस दिता है ये रस्ता ठीक नहीं है। हुण राजा गुरु साहब के दर्शन करन आया। जदों आया तो सतगुरु जी की इहदे वाले पासे पिठ सी, कमर सी। सतगुरु जी बैठे नहीं सी, उठ के खलोते ने।
ਇਹਨਾਂ ਦਾ ਮੁੱਖ ਦੂਸਰੇ ਪਾਸੇ ਹੈ। ਜਿਹੜੇ ਪਾਸਿਓਂ ਰਾਜਾ ਆਇਆ ਉਸ ਪਾਸੇ ਸਤਿਗੁਰੂ ਜੀ ਦਾ ਮੁੱਖ ਨਹੀਂ ਸੀ। ਸਤਿਗੁਰੂ ਜੀ ਦੀ ਕਮਰ ਸੀ, ਪਿੱਠ ਸੀ ਉਸ ਪਾਸੇ। ਪਰ ਰਾਜੇ ਨੇ ਆ ਕੇ ਕੀ ਕੀਤਾ? ਰਾਜੇ ਨੇ ਆ ਕੇ ਮੱਥਾ ਟੇਕਿਆ। ਹਾਂਜੀ। ਈਨਾ ਡੰਡੋਤ ਭੂਪ ਬੇਦਨੀ ਕੀ, ਵਦੀ ਚਰਨ ਪਰ ਸ਼ਰਧਾ ਹੀ ਕੀ। ਇਸ ਨੇ ਆ ਕੇ, ਕਿਉਂਕਿ ਇਹ ਹਿੰਦੂ ਮਤ ਵਿੱਚੋਂ ਆ ਰਿਹਾ ਹੈ, ਇਹਨੇ ਆ ਕੇ ਡੰਡੌਤ ਕੀਤੀ ਹੈ। ਤੁਸੀਂ ਵੇਖਿਆ ਹੋਣਾ ਕਈ ਬੰਦੇ ਨਾ ਬਿਲਕੁਲ ਸਿੱਧਾ ਮੱਥਾ ਟੇਕਦੇ ਨੇ। ਡੰਡਾ ਵੇਖਿਆ ਤੁਸੀਂ? ਡੰਡੇ ਨੂੰ ਧਰਤੀ ਤੇ ਰੱਖੋ ਨਾ, ਉਹ ਬਿਲਕੁਲ ਸਾਰੀ ਧਰਤੀ ਦੇ ਉੱਪਰ ਵਿਛ ਜਾਂਦਾ ਹੈ। ਸਨਾਤਨ ਮਤ ਦੇ ਵਿੱਚ ਇਹ ਵੀ ਇੱਕ ਕਿ ਜਦੋਂ ਮੱਥਾ ਟੇਕਣਾ ਹੈ ਆਪਣੇ ਇਸ਼ਟ ਨੂੰ, ਕਿਸੇ ਦੇਵੀ ਦੇਵਤੇ ਨੂੰ, ਤੇ ਉਹ ਡੰਡੌਤ ਕਰਨੀ ਹੈ ਡੰਡੇਵਤ। ਹੁਣ ਇਹਦੇ ਵਿੱਚ ਤੁਹਾਡੇ ਪੈਰ ਵੀ ਥੱਲੇ ਲੱਗਣੇ ਚਾਹੀਦੇ ਨੇ, ਦੋਵੇਂ ਹੱਥ ਵੀ ਥੱਲੇ ਲੱਗਣੇ ਚਾਹੀਦੇ ਨੇ, ਛਾਤੀ ਵੀ ਲੱਗਣੀ ਚਾਹੀਦੀ ਹੈ, ਤੁਹਾਡਾ ਸਿਰ ਵੀ ਥੱਲੇ ਲੱਗਣਾ ਚਾਹੀਦਾ ਫਰਸ਼ ਦੇ ਉੱਪਰ, ਧਰਤੀ ਦੇ ਉੱਪਰ। ਰਾਜੇ ਨੇ ਆ ਕੇ ਡੰਡੌਤ ਕੀਤੀ ਹੈ। ਰਾਜੇ ਦੇ ਮਨ ਵਿੱਚ ਸ਼ਰਧਾ ਬਹੁਤ ਵਧੀ ਹੋਈ ਹੈ, ਭਰੀ ਹੋਈ ਹੈ, ਕਿਉਂਕਿ ਉਹ ਜਿਹੜਾ ਤਰਕ ਵਾਲਾ ਪੱਖ ਸੀ ਹੁਣ ਮੁੱਕ ਚੁੱਕਾ ਹੈ। 4 ਵਾਰੀ ਪਰਖਣ ਤੋਂ ਬਾਅਦ ਮਨ ਵਿੱਚ ਸਮਝ ਆ ਗਈ ਕਿ ਅਸਲੀ ਨਾਨਕ ਇਹੀ ਨੇ। ਹਾਂਜੀ। ਬੰਦ ਹਾਥ ਹੋਇਓ ਪੁਨ ਠਾਂਡਾ, ਡੋਲੇ ਹੋਰੇ ਦੇ ਨਾ ਨਿਸਚਾ ਗਾਡਾ। ਦੋਵੇਂ ਹੱਥ ਜੋੜੇ, ਉੱਠ ਕੇ ਖੜਾ ਹੋ ਗਿਆ। ਮਨ ਵਿੱਚ ਭਰੋਸਾ ਦ੍ਰਿੜ ਸੀ, ਡੋਲਿਆ ਨਹੀਂ, ਖਲੋਤਾ ਰਿਹਾ। ਹੁਣ ਅਸੀਂ ਵੀ ਕਹਿੰਦੇ ਸਾਡਾ ਤਾਂ ਜੀ ਗੁਰੂ ਘਰ ਨਾਲ ਬੜਾ ਹੀ ਪ੍ਰੇਮ ਹੈ ਜੀ, ਅਸੀਂ ਤਾਂ ਜੀ ਗੁਰੂ ਘਰ ਨੂੰ ਸਮਰਪਿਤ ਹਾਂ। ਉਹਨੂੰ ਕਹੋ ਵੀ ਇੱਥੇ 2 ਮਿੰਟ ਖਲੋ ਕੇ ਵਿਖਾ। ਖਲੋਣਾ ਨਾ। ਸਾਡੀ ਹਾਲਤ ਨਕਲੀ ਸੋਨੇ ਵਾਲੀ ਹੈ। ਜਿਵੇਂ ਉਹ ਸੁਨਿਆਰੇ ਦੀ ਕੋਠਾਲੀ 'ਚ ਭੱਜਾ ਫਿਰਦਾ, ਅਸੀਂ ਵੀ ਦੁਨੀਆ ਦੀ ਮਾਇਆ ਵਿੱਚ ਭੱਜੇ ਹੀ ਫਿਰਦੇ ਹਾਂ। ਹੁਣ ਸੁਣਨਾ ਕਿ ਕਿੰਨਾ ਚਿਰ ਖਲੋਤਾ ਹੈ। ਸਤਿਗੁਰੂ ਜੀ ਦਾ ਮੁੱਖ ਦੂਜੇ ਪਾਸੇ ਹੈ। ਇਹਨੇ ਮੱਥਾ ਟੇਕਿਆ, ਉੱਠ ਕੇ ਖੜਾ ਹੋ ਗਿਆ, 2 ਹੱਥ ਇਹਦੇ ਜੁੜੇ ਹੋਏ ਨੇ। ਹਾਂਜੀ। ਸ਼੍ਰੀ ਗੁਰਮੁਖ ਤੇ ਤੂਸ਼ਾਨ ਠਾਨੀ, ਕਛ ਨਾ ਭੂਪ ਸੰਗ ਬੋਲੇ ਬਾਣੀ। ਪਰ ਸਤਿਗੁਰੂ ਜੀ ਬੋਲੇ ਹੀ ਨਹੀਂ, ਨਾ ਆਪ ਬੋਲੇ ਆਪਣੇ ਮੁਖ ਤੋਂ, ਨਾ ਇਹਨੂੰ ਇਸ਼ਾਰਾ ਕੀਤਾ ਵੀ ਦੱਸ ਕਿਵੇਂ ਆਇਆ। ਸਤਿਗੁਰੂ ਜੀ ਚੁੱਪ ਨੇ। ਰਾਜਾ 2 ਹੱਥ ਜੋੜ ਕੇ ਖਲੋਤਾ ਹੈ। ਹਾਂਜੀ। ਜਬ ਇਉਂ ਬੀਤੇ ਜਾਮ ਅਟਾਈ, ਡੁਲਿਓ ਨ ਸੋਏ ਰਹਿਓ ਥਿਰ ਥਾਈ। ਇਹਨੂੰ 2.5 ਪੈਰ ਬੀਤ ਗਏ। 2.5 ਪੈਰ ਬੀਤਣ ਦਾ ਮਤਲਬ ਹੁੰਦਾ 7.5 ਘੰਟੇ। 1 ਪੈਰ ਦਾ ਸਮਾਂ 3 ਘੰਟੇ। 2 ਪੈਰ ਹੋਣ ਤੇ 6 ਘੰਟੇ, 2.5 ਹੋਣ ਤੇ 7.5 ਘੰਟੇ। ਆਪਣੇ ਚੋਂ ਕੋਈ ਦੱਸ ਸਕਦਾ ਵੀ ਕਦੇ 7.5 ਘੰਟੇ ਆਪਾਂ ਵੀ ਗੁਰਦੁਆਰੇ ਰਹੇ ਹੋਈਏ? ਸਾਡੇ ਕੋਲ ਤਾਂ 7.5 ਮਿੰਟ ਦਾ ਟਾਈਮ ਨਹੀਂ ਹੈਗਾ। ਇੰਨੇ 'ਚ 4 ਜੰਗਲੇ ਟੱਪ ਜਾਗੇ ਮੱਥਾ ਟੇਕਣ ਲਈ ਅਸੀਂ। 7.5 ਘੰਟੇ ਰਾਜਾ ਖਲੋਤਾ ਰਿਹਾ 2 ਹੱਥ ਜੋੜ ਕੇ। ਸਤਿਗੁਰੂ ਜੀ ਨੇ ਬੁਲਾਇਆ ਨਹੀਂ। ਹੁਣ ਇਹ ਬੋਲਿਆ ਨਹੀਂ ਕਿ ਅੱਜ ਦਾ ਜ਼ਮਾਨਾ ਹੁੰਦਾ ਤੇ ਇਹਨੇ ਆਪ ਹੀ ਬੋਲ ਪੈਣਾ ਸੀ ਵੀ ਕੀ ਗੱਲ ਮਹਾਰਾਜ ਤੁਹਾਡੀ ਸਿਹਤ ਖਰਾਬ ਹੈ, ਤੁਸੀਂ ਬੋਲਦੇ ਨਹੀਂ, ਬੁਖਾਰ ਤਾਂ ਨਹੀਂ ਕਿਤੇ। ਜੇ ਸਤਿਗੁਰਾਂ ਨੇ ਨਹੀਂ ਬੁਲਾਇਆ ਤੇ ਨਹੀਂ ਬੋਲਿਆ। ਜਦੋਂ ਆਪਾਂ ਸਕੂਲ ਜਾਂਦੇ ਆ ਤੇ ਸਾਨੂੰ ਕੀ ਸਿਖਾਇਆ ਗਿਆ ਕਿ ਕਲਾਸਰੂਮ ਦੇ ਬਾਹਰ ਖਲੋਤੇ ਰਹਿਣਾ ਹੈ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਪੁੱਛ ਸਕਦੇ ਹੋ ਕਿ ਮਾਸਟਰ ਜੀ ਮੈਂ ਅੰਦਰ ਆ ਜਾਵਾਂ। ਜੇ ਉਹ ਕਵੇ
आ जा ते चले जाओ, नहीं तो उत्थे खलोते रहो। गुरु दा ते शिष्य दा जिहड़ा रिश्ता है, गुरु दा ते सिख दा जिहड़ा रिश्ता है, वो बिल्कुल इदां ही है जिवें अध्यापक दा ते विद्यार्थी दा है, जिवें मास्टर दा ते बच्चे दा है, जिवें टीचर दा ते स्टूडेंट दा है। रिश्ता तो सेम है। गुरु कोल तो सीखण लई जाना है, पढ़न लई जाना है। ये तो नवा सिस्टम है कि गुरु दे अगे जाके दाने ढेरी कर दिओ जी, पुछड़ियाँ शुरू कर दिओ जी, धागे तवीत लाओ तो घर नूं चले जाओ। ये पखंडी गुरुआं दा काम है। जिहड़ा दीपक गुरु है वो इस तरह नहीं करता। दीपक गुरु वो है जिहड़ा तुहानूं भी जगाएगा। तुसीं टीचरां कोल गए, टीचरां ने तुहानूं इन्ना पढ़ाया कि तुसीं उन्हां टीचरां दे स्कूल विच टीचरां दे कोल ही आके तुसीं भी टीचर लग गए। सिख वो है। जिहड़े नसरुद्दीन जी होए ने ना, उन्हां दी एक बड़ी प्यारी कथा आउंदी है। उन्हां बारे कहा जाता है भी वो खोते ते बैठ के किसी मदरसे विच पढ़ाउण जांदे सी। एक दिन खोते ने पूछ लिया कि मालक, मेरे ऊपर बैठ के इन्नी दूर तुसीं इत्थे की लैण आउंदे हो? हुण नसरुद्दीन कहंदे भी मैं क्या खोते नूं भी मैं इत्थे बच्चे पढ़ाउण आउणा। हुण खोते का दूजा सवाल है, बच्चे पढ़ के की करते हैं? वो कहता भी इलमवान हो जाते हैं, ये पढ़े लिखे हो जाते हैं, अकल लतीफ हो जाते हैं, फिर अपने काम धंधे करते हैं, इन्हों अकल आ जाती है, ये आप अपने सिर बसे रोटी रोजी कमाते हैं। खोता कहन लगा जी मैनू भी पढ़ा दो। नसरुद्दीन कहन लगे मैं क्या बिल्कुल नहीं पढ़ाना। वो कहता जी क्यों? कहता फिर मेरा भार कौन चुकूगा? इन्हां पखंडियां गुरुआं ने तुहानूं बिल्कुल नहीं जे पढ़ाउणा। ये तो सानूं इवें रखते हैं जिवें वो आ जिहड़ी भेडां नहीं रखते भी 6 महीनों बाद मुल लो जी, इहदी उन ला लो, उन वेच लो, भेडां फिर भेडां ही रहियां। मेरे गुरु के घर विच कोई सिख इदां नहीं हुंदा। इत्थे हर आए सिख नूं सतगुरु ज्ञान दिंदे ने। ज्ञान अंजन गुर दिया, अज्ञान अंधेर विनाश। सतगुरु की वडियाई ये है। बलिहारी गुर आपने दिवहाड़ी सदवार, जिन मानस ते देवते किए करत न लागी बार। गुरु ने तो तुहानू देवतियां वर्गे बना देना है मनुखा तो। गुरुद्वारे आउण दा तो मतलब ही है कि जे जीवन बदलदा है तो ठीक है, जे जीवन विच बदलाव नहीं हो रहा तो समझ लेना किते ना किते रुकावट है। स्कूल च इदां ही हुंदा है, 1 साल जाओगे पहली च होवोगे, दूजे विच जाओगे तो दूजी विच हो जाओगे, तीजे साल तीजी विच हो जाओगे, चौथे साल चौथी च हो जाओगे, 12 साल जाओगे तो जिहड़ी आम पढ़ाई है वो +2 तुहाडी पूरी हो जाएगी। पर इत्थे तो 20 साल भी बीत गए, बंदा अजे भी पूछी जाता है भी ये की गल है जी भी 12 सालों कुछ तो पढ़ना आना चाहिए। थोड़ी पंजाबी आ जाए, हिंदी आ जाए, अंग्रेजी आ जाए, कुछ जोग्राफीए का पता लग जाए, कुछ हिस्टरी का पता लग जाए, कोई साइंस का पता लग जाए, कोई मैथ की जमा घटाओ आ जाए, फिर तो समझ लो फायदा है। तो जे 12 सालों भी कुछ नहीं आया, इसका मतलब ये भी आप पढ़े तो है ही नहीं। कई लोगों का स्कूलों में आना जाना होंदा है, जिहड़े स्कूलों में आउंदे जांदे ने वो कदे क्लासां नहीं अगे वधदे, वो खलोते रहंदे ने। इस करके गुरुद्वारे जदों भी आउणा है, गुरुद्वारे होए सोझी पाए से ज्ञान वास्ते आओ। राजा खलोता है 2 हाथ जोड़ के, 7.5 घंटे बीत गए, ना गुरु जी ने बुलाया है ना राजा बोलिया। ये
शिष्य दा ते गुरु दा एक बड़ा प्यारा ये प्रसंग है। पहला राजे ने बहुत कुछ किया, सोहणियां इस्त्रियां भी घलियां गुरु नानक नूं परखण वास्ते, पर जदों खातर जमा हो गई, तसल्ली हो गई, तो फिर हथ जोड़ के खलो गया। पर साडे तो हथ सारी उम्र नहीं जोड़ते, साडी तसल्ली सारी उम्र नहीं हुंदी। असीं तो मल्टी फंक्शन करते हैं, साडे कोलों तो सारे काम ही कराई चलो, थोड़ा जिहा उत्थे भी चले जाने, थोड़ा जिहा उत्थे भी चले जाने। असीं तो मैं खाने जाके शराब भी पी लैने, मसीत विच जाके चंदा भी दे देने। जे पुछो भी ये दो काम क्यों करदा है, कहंदा अल्लाह भी राजी है, शैतान भी राजी है। असीं दो काम करते, एक काम नहीं करते, काम एक करना चाहिए। हुण राजा दो हाथ जोड़ के खलोता है। हाँ जी। तब बोले श्री गुरु मुकंदा, है भूपत तुझ कुशल आनंदा। गुरु नानक दे पिता जी हुण बोले 7.5 घंटिया तो बाद, कहन लगे राजा तू ठीक है। पहला सवाल ये पूछे, बचन ये आख्या गुरु नानक दे पिता महाराज ने, है भूपत तुझ कुशल आनंदा, राजा तू ठीक ठाक है भी 7.5 घंटे हो गए इत्थे ही खलोता है। 7.5 घंटिया तो इत्थे खलोता है भी तू ठीक है, सब ठीक है। देखो ना, एक बंदा तुहाडे घर आ गया, हाँ जी, फतेह बुलाई, सत श्री अकाल बोली, पानी पीता, चाह पीती, बंदा बह गया, उठिया ही नहीं। प्रशादे का टाइम होया वह भी छक लिया, फिर आप पूछांगे तो सही ना, भरा जी सब ठीक ठाक है भी तुसी आके बह गए हो। फिर वो दसेगा भी नहीं मजबूरी है, किसी काम लिए आया। सतगुरां ने भी पूछा भी राजा सब ठीक है, सब कुशल मंगल है। हाँ जी। कहो अपनी मन अबुलाखा, खरे होन जाते प्रण रखा। सतगुरु कहन लगे तेरी अबलाखा की है, इच्छा की है, कामना की है, तू चाहता की है। 7.5 घंटे हो गए तेनों खलोतिया। देखो हथ तो गरज जड़ाउंदी है। मैं तो रोज़ बेनती करदा भी हथ जोड़ना एक बहुत वड्डा पुण्य है। इनू गुरुद्वारे च नहीं, अपनी जिंदगी च लागू कर लो। जिदे अगे भी हथ जोड़ोगे तो जरूर अगला पूछेगा भाई साहब दसो। पर साडी ते हालत है भी असी अगले दे अगे जाके ते ढाकां ते हथ रख लेने, ते अगले नूं भी साडे ते एक चीची जी चढ़दी है भी ये बड़ा फन्नेका कित्थों आ गया। तो जे किते उहदे अगे हथ जोड़े हुंदे तो उन्हें जरूर पुछना सी भी दसो जी हुक्म करो, तुसी की कहना चाहुंदे हो। पता हथ काहदा साइन है, बेनती दा। इस करके अरदास करन दी एक मੱਧ यह है कि दोए कर जोड़ करो अरदास। हाथ लमका के अरदास नहीं करनी कदे जिंदगी, वो तो एक्शन ही नहीं है, थोड़ी बॉडी लैंगुएज ही नहीं है। कई मेरे वर्गे तो उदा ही मोढे बावां खुरकी जाते होंदे ने अरदास विच। सवाल ये नहीं कि तुसी बोलते की हो, सवाल ये भी तुहाडी शरीरक प्रक्रिया भी की है। हुण किसी के सामने आए लत्तां चौड़ियां करके खलो जाओ, कि ये गल सभ्यक है ना। ये एक गुवारी कल्चर है। एक पढ़े लिखिया दे कोई जिहड़े शुभ गुण ने उन्हां विच किते भी नहीं आउंदा। उहदे दो हाथ जोड़ के खलोण तो गुरु नानक साहब पुछदे ने कि कहो अपनी मन अबलाखा, खरो होण जाते प्रण राखा। खड़े होना किसी दे सामने, ये अपने आप दे विच एक लैंगुएज है, अपने आप विच एक भाषा, एक बोली है। तुसी जाने हो ड्राइविंग लाइसेंस लैन, उत्थे तुहानूं साइन पढ़ाए जाते हैं
फिर तुसी सड़क ते गड्डी चलाउने हो, सिर्फ साइन है, कुछ नहीं है। तुहाडी अपने भी तुसी अपने आप विच एक साइन बोर्ड हो भाई। हुण कई बारी तुहानूं कोई इस तरह कर दे, तुसी अगों की करदे हो, वो जिवें खिडौणे जे नहीं अखां ठा नूं कर लेंदे। तो बच्चा रौला पावे तो मावां की करदियां ने, वो मोटियां मोटियां अखां कड्ढणगियां, नियाणा उत्थे छापड़ जांदा भी बस हुण बस समझ लो भी मां ने थापा चुक्या, लो। ये बॉडी लैंग्वेज है। तुसी वेख्या होना कई बैठे बैठे घसुन विखाउंदे हुंदे ने भी जे हुण बोलिओ तो वेखी फिर तैनूं लम्मा पाउंदा मैं। हालांकि उन्हें बोल के नहीं किया भी आ जा बाहर आ जा, सिर्फ उन्हें अपना हाथ का एक इशारा दिता है भी घसुन बड़े पैणगे। तुहानूं ये करना पवेगा। हुण असीं कहने जी पाठ करन लगे की करना है जी, पूजा करन लगे गुरुद्वारे जाण लगे की करना है, ये तुहाडी बॉडी लैंग्वेज है। तुसीं अद्धे कपड़े पा के गुरुद्वारे आ रहे हो कि तुहाडा अपना मन कहता भी तुसीं पूजा करन चले हो। ये तो इदां नहीं अद्धे कपड़े पा के तुरन वाली गल, जिवें रैंप ते तुरना होवे, किसी को दसना हो भी मैं कितना क सोहना है भाई, मैं अमीर कितना क है। अपने आप को पता होना चाहिए। जे तुसी गुरुद्वारे चले हो तो गुरुद्वारे वर्गे ही बन के आओ भाई। जे तुसी कुछ सुनना चाहते हो तो बह जाओ। कोई दुनिया च गल वेखी तुसी किते भी कोई कहे जी मैं तुरदे तुरदे गल कर ली जी, वो तुरदे तुरदे कीती गल जिहड़ी है ना खूह खाते ही पैंदी है। सतगुਰਾਂ की बाणी च लिखे है, दे कन्न सुनो अरदास जियो। वाहिगुरु जी मेरा ध्यान दे के मेरी अरदास बेनती सुनना। सतगुਰਾਂ ने पूछा, दस राजा तू क्यों खलोता है? कहो अपनी मन अबलाखा, खरो होण जाते प्रण राखा। तेरे खड़े होने तो पता लगता है कि तेरे अंदर कोई अबलाखा है, तू कुछ चाहना है, भावें तू लेना चाहना है भावें कुछ कहना चाहना है, तां ही खलोता है। नहीं तो कौन किसी अगे खलोंदा है? तुहाडे घर दे बाहर दरबान खलोता है, तुहाडे बूहे दे अगे नौकर खलोता है, कदे कोई सरदार खलोंदा है किसी दे बूहे अगे? गर्ज है, वो अपनी तनख्वाह करके खलोता है। जे कोई होर खड़ा है तो अपनी लोड़ करके खलोता है। पुछो उन्होंने की लोड़ है? तुहाडे बूहे अगे एक बंदा खलोता है, तुसीं पुछिया भी किवें खलोता है, तो वह कहता जी मैं भुखा है, मैनूं रोटी चाहिए है। तुसीं दो रोटियां देतियां, वो फिर खलोता है। तुसीं फिर पुछोगे भी हुण काहदे लई खलोता है, वो कहेगा जी खानी काहदे नाल है, सब्जी दे दिओ। तुसीं सब्जी देती, वो फिर खलोता है। तुसीं कहोगे भी हुण काहदे लई खलोता है, वो कहेगा जी थोड़े जी सब्जी घट है, थोड़ा जिहा अचार दे दिओ। तुसी किसी अगे खलोने हो, यदा एक अर्थ है, ये अपने आप दे विच एक मीनिंग है। चल के आना, आके खलोना, हाथ जोड़ने, मत्था टेकना, ये सारे पुण्य कर्म ने। हाँ जी। बेदी खतरी जात जो नानक नाम अनूप। कहन लगा जी बेदी ने, खतरी ने, ते नाम है नानक। वो नाम जेड़ा उपमा तो रहत है। हाँ जी। मन सुख को बूझन करी, लिख लीनी तब भूप। ये नाम मैं भाई मनसुख तो लिखे ने, बेदी ने, खतरी ने, नाम नानक है। तो मैं पूछना चाहना भी ये एड्रैस तुहाडा ही है, तुसी हो? उन्हें ये भी दस दिता एड्रैस मैनूं कित्थों मिले है। हुण देखो ना, कोई आदमी तुहानूं आके मिलदा है, पुछदा है, तो तुसीं ये तो पुछोगे ना भी तैनूं मेरा टैलीफोन नंबर कित्थों मिलिया, तैनूं मेरे घर का एड्रैस कित्थों मिलिया। ये मत सोचना भी अज पढ़ी लिखी दुनिया हो गई तो ये माइनर्स लोगों नूं आ गए। ये गल्लां पढ़ाई लिखाई दियां मुथाज नहीं, ये गल्लां अकल दियां मुथाज ने। जिवें टैलीफोन ते आपां सारे ही करते हैं, कौन बोलदा है?
ਕਈ ਵਾਰ ਕਈ ਤੇ ਚੰਗੇ ਹੁੰਦੇ ਨੇ, ਦੱਸ ਦਿੰਦੇ ਨੇ ਜੀ ਮੈਂ, ਤੇ ਕਈ ਕਹਿੰਦੇ ਵੀ ਤੂੰ ਕੌਣ ਹੈ, ਵੀ ਤੂੰ ਥਾਣੇ 'ਚ ਬੈਠਾ ਜਿਹੜਾ ਮੈਨੂੰ ਪੁੱਛਦਾ ਤੂੰ ਕੌਣ ਹੈ। ਗੱਲ ਉਹ ਹੈ ਜਿਹੜੀ ਫਤਿਹ ਬੁਲਾਉਂਦੇ ਆਪਾਂ ਕੀ ਕਹਿੰਦੇ ਆ, ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਆਪਣੀ ਇੰਟਰੋਡਕਸ਼ਨ ਪਹਿਲਾਂ ਦਿਓ ਨਾ, ਤੂੰ ਕੌਣ ਹੈ। ਟੈਲੀਫੋਨ ਤੇ ਕਹਿਣਾ ਇਹ ਚਾਹੀਦਾ ਕਿ ਮੈਂ ਰਣਜੀਤ ਸਿੰਘ ਬੋਲਦਾ ਜੀ, ਕੀ ਆਪ ਜੀ ਕਰਨੈਲ ਸਿੰਘ ਬੋਲਦੇ ਹੋ। ਅਸੀਂ ਆਪਣਾ ਨਾਂ ਤੇ ਦੱਸਦੇ ਨਹੀਂ, ਕੌਣ ਬੋਲਦਾ ਹੈ। ਉਹ ਕਹਿੰਦਾ ਵੀ ਚਲੋ ਮੈਂ ਤੇ ਕੌਣ ਹੋਵਾਂ, ਤੂੰ ਦੱਸ ਤੈਨੂੰ ਕੀ ਕੰਮ ਹੈ। ਪਹਿਲਾਂ ਆਪਣਾ ਪੱਖ ਦੱਸੋ, ਤੁਸੀਂ ਕੌਣ ਹੋ। ਰਾਜੇ ਸ਼ਿਵ ਨਾਭ ਨੇ ਪਹਿਲਾਂ ਆਪਣੀ ਗੱਲ ਕੀਤੀ ਹੈ, ਕਹਿਣ ਲੱਗਾ ਜੀ ਇਹ ਐਡਰੈਸ, ਇਹ ਪਤਾ ਮੈਂ ਭਾਈ ਮਨਸੁਖ ਤੋਂ ਲਿਖਿਆ ਸੀ, ਕਿ ਬੇਦੀ ਖੱਤਰੀ ਤੇ ਨਾਨਕ ਤੁਸੀਂ ਹੋ। ਹਾਂਜੀ। ਤਿੰਨ ਬੂਝਣ ਕੇ ਹੇਤ ਪੁਆਲਾ, ਬੋਲਿਓ ਸੁਣੋ ਸੰਤ ਕਿਰਪਾਲਾ। ਹੇ ਸੰਤ, ਹੇ ਕਿਰਪਾਲੂ, ਮੈਂ ਇਹ ਆਪ ਜੀ ਤੋਂ ਜਾਣਨਾ ਚਾਹੁੰਦਾ ਵੀ ਕੀ ਇਹ ਐਡਰੈਸ, ਇਹ ਨਿਸ਼ਾਨੀ, ਇਹ ਪਤਾ ਇਹ ਤੁਹਾਡਾ ਹੀ ਹੈ, ਤੁਸੀਂ ਆਪ ਜੀ ਹੀ ਹੋ। ਨਾਨਕ ਆਪ ਜੀ ਹੋ ਕਿ ਤੁਹਾਡੀ ਹੀ ਕੁੱਲ ਬੇਦੀ ਹੈ, ਕਿ ਤੁਹਾਡਾ ਹੀ ਵਰਨ ਖੱਤਰੀ ਹੈ। ਹੁਣ ਉਹਨੂੰ ਜਿੰਨੀ ਕੁ ਸਮਝ ਸੀ ਉਹਨੇ ਪੁੱਛ ਲਿਆ। ਹਾਂਜੀ। ਆਪਣੋ ਨਾਮ ਜਾਤ ਮੁਝ ਤਾਈ, ਨਿਜ ਕਰ ਕਰੁਣਾ ਦੇਹੋ ਸੁਣਾਈ। ਕਹਿਣ ਲੱਗਾ ਜੀ ਆਪਣਾ ਨਾਮ, ਆਪਣੀ ਜਾਤੀ ਕੀ ਮੈਨੂੰ ਆਪ ਜੀ ਦੱਸ ਸਕਦੇ ਹੋ, ਤੁਹਾਡਾ ਨਾਂ ਕੀ ਹੈ, ਤੁਹਾਡੀ ਜਾਤੀ ਕੀ ਹੈ, ਤਾਂ ਕਿ ਮੈਂ ਜਿਹੜਾ ਐਡਰੈਸ, ਜਿਹੜਾ ਪਤਾ ਲਿਖਿਆ ਹੈ, ਮੈਨੂੰ ਤਸੱਲੀ ਹੋ ਜਾਏ ਵੀ ਮੈਂ ਬਿਲਕੁਲ ਠੀਕ ਜਗ੍ਹਾ ਤੇ ਪਹੁੰਚ ਗਿਆ। ਹਾਂਜੀ। ਮਨ ਅਬਲਾਖ ਕਹੂੰ ਸਭ ਪਾਛੇ, ਜਬ ਮੈਂ ਜਾਣ ਲਿਹੋ ਬਿਦ ਆਛੇ। ਜੇ ਮੈਨੂੰ ਪਤਾ ਲੱਗ ਜਾਏ ਕਿ ਤੁਸੀਂ ਹੋ ਤੇ ਫਿਰ ਮੈਂ ਤੁਹਾਨੂੰ ਆਪਣੀ ਬੇਨਤੀ ਕਰਾਂ, ਆਪਣੇ ਮਨ ਦੀ ਅਬਲਾਖਾ ਦੱਸਾਂ, ਵੀ ਮੈਨੂੰ ਇਹ ਤੇ ਪਤਾ ਲੱਗੇ ਨਾ ਵੀ ਮੈਂ ਠੀਕ ਉਸੇ ਮਹਾਪੁਰਖ ਦੇ ਕੋਲ ਆਇਆ ਜਿਹਦਾ ਮੇਰੇ ਕੋਲੇ ਐਡਰੈਸ ਹੈ, ਜਿਹਦਾ ਮੇਰੇ ਕੋਲੇ ਪਤਾ ਹੈ, ਜਿਹਦੀਆਂ ਮੇਰੇ ਕੋਲ ਨਿਸ਼ਾਨੀਆਂ ਨੇ। ਹਾਂਜੀ। ਸੁਣ ਕਰ ਸ਼੍ਰੀ ਨਾਨਕ ਜਗ ਸਾਈ, ਸ਼੍ਰੀ ਮੁਖ ਸੋ ਸ਼ੁਭ ਗੇਰਾ ਅਲਾਈ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਆਪਣੇ ਮੁਖ ਤੋਂ ਫਿਰ ਇਹ ਬਚਨ ਆਖੇ, ਇਹ ਸ਼ਬਦ ਉਚਾਰਿਆ। ਹਾਂਜੀ। ਜੋਗੀ ਜੁਗਤ ਨਾਮ ਨਿਰਮਾਇਲ, ਤਾਂ ਕੇ ਮਹਿਲ ਨ ਰਾਤੀ। ਪ੍ਰੀਤਮ ਨਾਥ ਸਦਾ ਸਚ ਸੰਗੇ, ਜਨਮ ਮਰਨ ਗਤ ਬੀਤੀ। ਸਤਿਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ, ਮਾਰੂ ਮਹੱਲਾ ਪਹਿਲਾ, ਜੋਗੀ ਜੁਗਤ ਨਾਮ ਨਿਰਮਾਇਲ, ਤਾਂ ਕਿ ਮੈਲ ਨਾ ਰਾਤੀ। ਜਿਹੜੇ ਜੋਗੀ ਹੁੰਦੇ ਨੇ, ਜਿਹੜੇ ਰੱਬ ਨਾਲ ਮਿਲੇ ਹੁੰਦੇ ਨੇ, ਉਹਨਾਂ ਦੇ ਜੀਵਨ ਵਿੱਚ ਕੋਈ ਮੈਲ, ਕੋਈ ਮਲੰਮਾ, ਉਹਨਾਂ ਦੇ ਜੀਵਨ ਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ। ਪ੍ਰੀਤਮ ਨਾਥ ਸਦਾ ਸੱਚ ਸੰਗੇ, ਜਿਹੜਾ ਰੱਬ ਹੈ ਉਹਨਾਂ ਦੇ ਹਮੇਸ਼ਾ ਨਾਲ ਹੁੰਦਾ ਹੈ, ਤੇ ਜਨਮ ਮਰਨ ਗਤ ਬੀਤੀ, ਉਹਨਾਂ ਦਾ ਆਉਣਾ ਜਾਣਾ ਵੀ ਖਤਮ ਹੈ। ਹੁਣ ਰਾਜੇ ਦੀ ਜਾਣੇ ਬਲਾ ਵੀ ਇਹ ਬਾਣੀ ਕੀ ਹੁੰਦੀ ਤੇ ਉਹਦੇ ਅਰਥ ਕੀ ਹੁੰਦੇ ਨੇ। ਉਹ ਤੇ ਸਾਡੇ ਵਰਗਾ ਅਨਪੜ੍ਹ ਆਦਮੀ ਸਿੱਧੀ ਸਿੱਧੀ ਗੱਲ ਪੁੱਛੀ ਵੀ ਬੇਦੀ ਤੁਸੀਂ ਹੋ, ਖੱਤਰੀ ਤੁਸੀਂ ਹੋ, ਨਾਨਕ ਤੁਸੀਂ ਹੋ। ਸੱਚੇ ਪਾਤਸ਼ਾਹ ਨੇ ਸ਼ਬਦ ਸੁਣਾ ਦਿੱਤਾ। ਹਾਂਜੀ। ਸਮਝ ਭੂਪ ਕਛ ਔਰ ਰੀਤੀ, ਬੋਲੇ ਹੋ ਬਹੁਰ ਬੂਝਣੇ ਪ੍ਰੀਤੀ। ਉਹਨੇ ਸ਼ਬਦ ਵਿੱਚੋਂ ਸੁਣਿਆ, ਸ਼ਬਦ ਆਇਆ ਹੈ ਨਾਥ। ਹੁਣ ਉਹ ਸਤਿਗੁਰੂ ਜੀ ਨੂੰ ਪੁੱਛਣ ਲੱਗਾ, ਉਹਨੂੰ ਪੂਰੇ ਅਰਥ ਗੱਲ ਸਮਝ ਆਈ ਨਹੀਂ। ਹਾਂਜੀ। ਜੋਗੀ ਰੂਪ ਆਪ ਕੋ ਅਹੈ, ਅਸ ਸੁਣ ਪੁਨ ਸ਼੍ਰੀ ਨਾਨਕ ਕਹੈ। ਕਹਿਣ ਲੱਗਾ ਜੀ ਤੁਸੀਂ ਜੋਗੀ ਹੋ। ਸਤਿਗੁਰੂ ਜੀ ਨੇ ਕਿਹਾ ਵੀ ਨਹੀਂ। ਫਿਰ ਸਤਿਗੁਰੂ ਜੀ ਨੇ ਅਗਲੀਆਂ ਪੰਕਤੀਆਂ ਉਚਾਰੀਆਂ। ਹਾਂਜੀ। ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ, ਜਾਤੋ ਭੀਤਰ ਮਹਿਲ ਬੁਲਾਵੇ, ਪੁੱਛੋ ਬਾਤ ਨਰੰਤੀ। ਮਾਲਕ ਤੇਰਾ ਕਿਹੜਾ ਨਾਮ ਹੈ? ਗੁਸਾਈ।
ना तेरा कोई नाम है, ना तेरी कोई जाति है। जा तो भीतर महल बुलावे, जिन्हों तू अपने घर बुलावे ते पूछो बात नरंती। ये गल्लां ते तू उन्होंने ही पूछेगा ना जिन्हों तू अपने घर विच बुलावेगा, क्योंकि तेरी जात भी कोई नहीं है तो तेरा नाम भी कोई नहीं है। पता है तुहानूं रब दा कोई नाम नहीं हैगा, तो पूछोगे फिर आप वाहिगुरू वाहिगुरू क्यों करते हैं, सतनाम क्यों करते हैं। ये सारे किरतम नाम ने, इस करके उन्होंने सतनाम कहने आ, क्योंकि वो सदा वही है, होर कोई है ही नहीं। सत की है, सदैव अटल, जो हमेशा है। दसो धरती के उपर कोई होर चीज़ सत है, कोई होर चीज़ सदैव है। इथों तक बाणी कहती भी ना चंद्रमा, ना सूरज, ना धरती, ना आकाश, कुछ भी सदा वास्ते नहीं है। अंड बनासी, जेर बिनासी, ये सब कुछ खत्म होने वाला है। ये कूड़ राजा, कूड़ प्रजा, कूड़ सब संसार, किस नाल कीचै दोस्ती, सब जग चलनहार। ये सारी दुनिया ही चलाए माने, कोई अज जा रहा है, कोई कल जा रहा है। हाँ जी। अस सुन बोले बहुर रजाना, समझत कछु आन ते आना। राजे नूं फिर समझ नहीं आई। सतगुरां ने दूजी जो पंक्ति उचारी है, अनजान राजा फिर होर ही कुछ समझ गया तो फिर पूछण लगा। हाँ जी। जे ब्राह्मण है तुम्हारी जाति, करुणा कर कहिए बखियाती। कहन लगा जी तुसी ब्राह्मण हो, खत्री नहीं हो। हाँ जी। ब्राह्मण ब्राह्म ज्ञान इशनानी, हर गुण पूजय पाती। एको नाम एक नारायण, तिरभवन एका ज्योति। सतगुरु जी कहन लगे ब्राह्मण कौन है। ब्रह्म ज्ञान इशनानी, जिन्हें ब्रह्म दे ज्ञान विच इशनान किया है। हर गुण पूजय पाती, ब्राह्मण वो है जिहड़ा हरि प्रभु परमात्मा दा पूजन करदा है, उहदी रब की आराधना करदा है। असल ब्राह्मण तो वह है भाई, उहदा की जीवन की है। एको नाम एक नारायण, त्रै भवन एका ज्योति। रब इको ही है, जोत इको दी है। सारे संसार ब्रह्मांड विच वो एक ही परमात्मा रमिया होया है, तो जिहड़ा उहनूं जाने वो ब्राह्मण है। ब्रह्म का ज्ञान रखण वाले नूं ब्राह्मण कहना चाहिए। गऊ का गोबर लैके पोचा मारे आपां कहिए जी ब्राह्मण है। वो साडे कोलों पिंड भरावे असीं कहिए जी ब्राह्मण है। ये काम तो चार जी दे ने। तुसीं सरकारी दफ्तर च जाओगे ना, फिर तुहानूं पता लगेगा। बैंक ही चले जाओ, तुहानूं किन्ने काउंटरां ते घुमना पैंदा है। कैश लैना होवे तुहानूं कैश दे काउंटर ते जाना पेगा। तुसीं FD कराउणी होवे जिथे फिक्स डिपॉजिट होंदा तुहानूं उत्थे जाना पेगा। तुसीं लाकर लेना होवे उहदा काउंटर वखरा है। तुसीं पासबुक अपडेट कराउणी होवे वो बंदा वखरा है। मतलब एक एक काम दे नाल उहदा नाम भी बदलदा जांदा है, उहदी थां भी बदलदी जांदी है, वो बंदा भी बदलदा जांदा है। इत्थे इस कथा दे विच आउंदा है कि ये पंडित ने कहा जी भी तुसी ब्राह्मण हो। सतगुरु कहन लगे साडे ब्राह्मण इदां नहीं हुंदा। साडे ब्राह्मण होए जिहड़ा ब्राह्मण नूं जाने। इत्थे जिहड़ा तुहाडीआं पत्रियां लिखे तुसी उहनूं ब्राह्मण कहने हो, जिहड़ा तुहानूं टेवे लावे तुसी उहनूं ब्राह्मण कहने हो। वो ज्योतिषी हुंदे ने, ब्राह्मण नहीं हुंदे। असल विच ब्रह्म बिंद है, तिसदा ब्रह्मत्व है।
ਏਕ ਸ਼ਬਦ ਲਿਵ ਲਾਏ। ਕੋਈ ਇਦਾਂ ਦੀ ਜੀਵਨ ਜਾਚ ਹੋਵੇ ਤੇ ਕਿਹਾ ਜਾ ਸਕਦਾ ਭਾਈ ਇਹ ਤਾਂ ਹੋ ਸਕਦਾ ਹੈ, ਬ੍ਰਹਮਾ ਨੂੰ ਜਾਣਦਾ ਹੈ, ਇਸ ਕਰਕੇ ਬ੍ਰਾਹਮਣ ਹੈ। ਹਾਂਜੀ। ਸੁਨ ਕਰ ਐਸੇ ਬਚਨ ਅਨੂਪਾ, ਬਹੁਰੋਹ ਬੋਲਤ ਪਾ ਬਚ ਭੂਪਾ। ਰਾਜੇ ਨੇ ਸੁਣਿਆ ਤੇ ਉਹਨੂੰ ਫਿਰ ਗੱਲ ਨਹੀਂ ਪੂਰੀ ਸਮਝ ਆਈ, ਉਹ ਫਿਰ ਬੋਲਿਆ। ਹਾਂਜੀ। ਜਾਤ ਤੁਮਾਰੀ ਖੱਤਰੀ ਅਹੈ, ਸੁਣ ਇਉ ਕਮਲ ਨੈਣ ਪੁਨ ਕਹੈ। ਕਹਿਣ ਲੱਗਾ ਜੀ ਜੇ ਤੁਸੀਂ ਬ੍ਰਾਹਮਣ ਨਹੀਂ, ਜੋਗੀ ਨਹੀਂ, ਤੇ ਫਿਰ ਤੁਸੀਂ ਖੱਤਰੀ ਹੋ। ਸਤਿਗੁਰੂ ਜੀ ਨੇ ਅੱਗੇ ਫਿਰ ਸ਼ਬਦ ਉਚਾਰਿਆ। ਹਾਂਜੀ। ਜਿਹਵਾ ਡੰਡੀ ਇਹੋ ਘਟ ਸ਼ਾਬਾ, ਤੋ ਲਹੁ ਨਾਮ ਅਜਾਚੀ। ਏਕੋ ਹਾਟ ਸ਼ਾਹੋ ਸਭਨਾ ਸਿਰ, ਵਣ ਜਾਰੇ ਇੱਕ ਭਾਂਤੀ। ਸਤਿਗੁਰੂ ਕਹਿਣ ਲੱਗੇ ਸੁਣ ਵੀ, ਸਾਡੀ ਕੋਲ ਜਿਹੜੀ ਜੀਭ ਹੈ ਇਹ ਹੈ ਡੰਡੀ, ਤੇ ਇਹ ਜਿਹੜਾ ਸਾਡਾ ਘਟ ਹੈ ਇਹ ਹੈ ਛਾਬਾ। ਛਾਬਾ ਕਹਿੰਦੇ ਨੇ ਤੱਕੜੀ ਦੇ ਪਲੜੇ ਨੂੰ। ਤੱਕੜੀ ਦੇ ਦੋ ਛਾਬੇ ਹੁੰਦੇ ਨੇ, ਦੋ ਪਲੜੇ ਹੁੰਦੇ ਨੇ, ਔਰ ਉਹਨੂੰ ਤੋਲਣ ਦੇ ਵਿਚਕਾਰ ਇੱਕ ਡੰਡਾ ਹੁੰਦਾ ਹੈ, ਉਹਨੂੰ ਡੰਡੀ ਕਹਿੰਦੇ ਨੇ। ਤੋ ਡੰਡੀ ਦੇ ਵਿਚਕਾਰ ਇੱਕ ਹੁੰਦੀ, ਉਹਨੂੰ ਅਸੀਂ ਬੋਦੀ ਕਹਿੰਦੇ ਆ, ਵੀ ਉੱਥੋਂ ਬੋਦੀ ਤੋਂ ਫੜੋ ਤੇ ਭਾਰ ਤੋਲ ਲਓ। ਸਤਿਗੁਰੂ ਕਹਿਣ ਲੱਗੇ ਜੀਭਾ ਮੇਰੀ ਡੰਡੀ ਹੈ, ਜੇਵਾ ਡੰਡੀ ਇਹ ਘਟ ਛਾਬਾ। ਘਟ ਕਹਿੰਦੇ ਨੇ ਹਿਰਦੇ ਨੂੰ। ਹਿਰਦਾ ਜਿਹੜਾ ਮੇਰਾ ਹੈ ਉਹ ਤੱਕੜੀ ਦਾ ਪਲੜਾ ਹੈ ਭਾਈ। ਤੋਲੋ ਨਾਮ ਅਜਾਚੀ, ਤੇ ਮੈਂ ਇਹਦੇ ਵਿੱਚ ਨਾਮ ਨੂੰ ਤੋਲਦਾ। ਗੁੜ ਤੋਲਣਾ, ਪੱਤੀ ਤੋਲਣੀ, ਖੰਡ ਤੋਲਣੀ, ਲੂਣ ਤੋਲਣਾ, ਮਿਰਚਾਂ ਤੋਲਣੀਆਂ, ਹਲਦੀ ਤੋਲਣੀ, ਇਹ ਮੇਰਾ ਕੰਮ ਨਹੀਂ ਹੈ। ਮੈਂ ਤੇ ਇਸ ਹਿਰਦੇ ਦੇ ਛਾਬੇ ਵਿੱਚ ਇਸ ਜੀਭਾ ਦੀ ਡੰਡੀ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਤੋਲਦਾ। ਏਕੋ ਹਾਟ ਸ਼ਾਹ ਸਭਨਾ ਸਿਰ, ਵਣ ਜਾਰੇ ਇੱਕ ਭਾਤੀ। ਕਿਉਂਕਿ ਅਸਲ ਵਿੱਚ ਇੱਕੋ ਹੀ ਹੱਟੀ ਹੈ, ਇੱਕ ਹੱਟੀ ਦਾ ਇੱਕੋ ਹੀ ਸ਼ਾਹ ਹੈ। ਵਣਜਾਰੀ ਸਾਰੀ ਦੁਨੀਆ ਹੈ। ਹਿੰਦੂ ਵੀ ਉਹਦਾ ਹੀ ਨਾਮ ਜਪਦੇ ਨੇ, ਮੁਸਲਮਾਨ ਵੀ ਉਹਦਾ ਹੀ ਨਾਮ ਜਪਦੇ ਨੇ, ਈਸਾਈ ਵੀ ਉਸੇ ਨੂੰ ਗੋਡ ਕਹਿੰਦੇ ਨੇ, ਆਪਾਂ ਵੀ ਉਸੇ ਨੂੰ ਵਾਹਿਗੁਰੂ ਕਹਿੰਦੇ ਆ। ਭਾਈ ਸ਼ਾਹ ਤਾਂ ਇੱਕੋ ਹੀ ਹੈ, ਹੱਟ ਵੀ ਉਹਦੀ ਇੱਕੋ ਹੀ ਹੈ। ਅਸਲ ਧਰਮ ਇੱਕ ਹੈ, ਜੇ ਚੇਤਾ ਰੱਖਣਾ। ਸਾਰੀ ਦੁਨੀਆ ਦਾ ਇੱਕ ਧਰਮ ਕੀ ਹੈ? ਏਕੋ ਧਰਮ ਦ੍ਰਿੜ ਹੈ ਸੱਚ ਸੋਈ। ਸੱਚ ਨੂੰ ਦ੍ਰਿੜ ਕਰਨਾ ਹੀ ਧਰਮ ਹੈ। ਹੁਣ ਜਿਹੜਾ ਵਿਅਕਤੀ ਸੱਚ ਬੋਲਦਾ ਹੀ ਨਹੀਂ, ਸੱਚ ਸੁਣਨਾ ਨਹੀਂ ਚਾਹੁੰਦਾ, ਸੱਚ ਪੜ੍ਹਨ ਲਈ ਤਿਆਰ ਨਹੀਂ ਹੈ, ਸੱਚ ਲਿਖਣ ਲਈ ਤਿਆਰ ਨਹੀਂ ਹੈ, ਹੁਣ ਕੀ ਕਰੋਗੇ? ਉਹਦੇ ਗਾਤਰੇ ਨੂੰ ਕੀ ਕਰੋਗੇ ਵੀ ਕਿੱਡਾ ਵੱਡਾ ਪਾਇਆ, ਕਸ਼ਹਿਰਾ ਕਿੱਡਾ ਵੱਡਾ ਪਾਇਆ, ਉਹਦਾ ਜਨੇਊ ਕਿੰਨਾ ਲੰਬਾ ਹੈ, ਉਹਦੀ ਗਲ ਦੀ ਮਾਲਾ ਕਿੰਨੀ ਲੰਬੀ ਹੈ, ਉਹਦੀ ਧੋਤੀ ਕਿੰਨੀ ਕਿਹੋ ਜਿਹੀ ਹੈ, ਉਹਦੇ ਕੱਪੜੇ ਕਿਹੜੇ ਗੇਰੂਏ ਨੇ, ਕੀ ਕਰਨਾ ਹੈ? ਪਹਿਲਾ ਧਰਮ ਇਹ ਹੈ ਕਿ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਹੋਵੇ ਕਾਜੀ ਬੋਲੇ ਝੂਠ, ਕੀ ਕਰੋਗੇ? ਉਹਦੀ ਤਸਬੀਹ ਕੀ ਕਰੇਗੀ? ਹੋਵੇ ਪਾਦਰੀ ਬੋਲੇ ਝੂਠ, ਹੋਵੇ ਪੰਡਤ ਬੋਲੇ ਝੂਠ, ਹੋਵੇ ਮੇਰੇ ਵਰਗਾ ਗ੍ਰੰਥੀ ਸਿੰਘ ਬੋਲੇ ਝੂਠ, ਕੀ ਕਰੇਗਾ? ਇਹ ਪੰਕਤੀ ਲਿਖਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ। ਏਕੋ ਧਰਮ ਦ੍ਰਿੜ ਹੈ ਸੱਚ ਸੋਈ। ਧਰਮ ਇੱਕੋ ਹੀ ਹੈ। ਹਿੰਦੂਆਂ ਦੇ ਰਸਤੇ ਤੇ ਆ ਜਾਓ, ਮੁਸਲਮਾਨਾਂ ਦੇ ਰਸਤੇ ਤੇ ਆ ਜਾਓ। ਮੈਂ ਆਪ ਜੀ ਨੂੰ ਪਿਛਲੇ ਦਿਨੇ ਵੀ ਬੇਨਤੀ ਕੀਤੀ ਸੀ, ਮੈਨੂੰ ਇਹ ਲੱਗਦਾ ਵੀ ਇਹ ਗੱਲ ਇਹ ਬਰੇਲੀ ਦੀ ਹੈ। ਕਿ ਕੋਈ ਪਾਰਕ ਸੀ, ਪਾਰਕ ਤੋਂ ਝਗੜਾ ਸ਼ੁਰੂ ਹੋ ਗਿਆ। ਉੱਥੇ ਕਿਤੇ ਮੁਸਲਮਾਨਾਂ ਨੇ ਮਸਜਿਦ ਬਣਾਈ ਜਾਂ ਥੋੜੀ ਬਣਾਈ ਜਾਂ ਬਣਾਉਣ ਦਾ ਯਤਨ ਕੀਤਾ। ਹੁਣ ਉੱਥੇ ਕੋਈ ਜਿਹੜਾ ਜੱਜ ਸੀ ਉਹ ਮੁਸਲਮਾਨ ਸੀ, ਤੇ ਮੁਸਲਮਾਨ ਇਸ ਗੱਲ ਦੇ ਲਈ ਬੜੇ ਉਤੇਜਿਤ ਸਨ ਕਿ ਫੈਸਲਾ ਤੇ ਸਾਡੇ ਹੱਕ 'ਚ ਆਏਗਾ। ਪਰ ਉਹਨੇ ਜਦੋਂ ਜੱਜ ਨੇ ਵੇਖਿਆ ਵੀ ਇਹ ਤੇ ਜਗ੍ਹਾ ਤੇ ਪਾਰਕ ਦੀ ਹੈ, ਪਾਰਕ ਦਾ ਮਤਲਬ ਇੱਥੇ ਬੱਚੇ ਖੇਡਣਗੇ, ਇੱਥੇ ਲੋਕ ਸੈਰ ਕਰਨਗੇ, ਲੋਕ ਆਪਣੀ ਹੈਲਥ ਦਾ ਕੇਅਰ ਕਰਨਗੇ,
ਮਸਜਿਦ ਕਿਤੇ ਵੀ ਬਣ ਸਕਦੀ ਹੈ। ਉਹਨੇ ਜਗ੍ਹਾ ਜਿਹੜੀ ਸੀ ਉਹ ਪਾਰਕ ਨੂੰ ਦੇਤੀ। ਫਿਰ ਕੀ ਸੀ? ਉਹਦੀ ਵਿਰੋਧਤਾ ਹੋਈ। ਉਹਨੂੰ ਪੁੱਛਿਆ ਗਿਆ ਕਿ ਤੂੰ ਮੁਸਲਮਾਨ ਹੋ ਕੇ ਮੁਸਲਮਾਨਾਂ ਦੇ ਵਿਰੁੱਧ ਫੈਸਲਾ ਦਿੱਤਾ ਹੈ। ਉਹ ਕਹਿੰਦਾ ਮੈਂ ਸਮਝਦਾ ਮੁਸਲਮਾਨ ਹਾਰ ਗਏ ਨੇ, ਪਰ ਇਹ ਚੇਤਾ ਰੱਖਣਾ ਅੱਜ ਇਸਲਾਮ ਜਿੱਤ ਗਿਆ। ਇਸਲਾਮ ਨਹੀਂ ਕਹਿੰਦਾ ਝੂਠ ਬੋਲ, ਮੁਸਲਮਾਨ ਹੋ ਸਕਦਾ ਕਵੇ ਝੂਠ ਬੋਲ, ਪਰ ਇਸਲਾਮ ਝੂਠ ਬੋਲਣ ਦੀ ਇਜਾਜ਼ਤ ਨਹੀਂ ਦਿੰਦਾ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ ਭਾਈ ਇੱਕੋ ਹੱਟੀ ਹੈ, ਇੱਕੋ ਸ਼ਾਹ ਹੈ, ਸਾਰੀ ਦੁਨੀਆ ਉਹਦੀ ਵਣਜਾਰੀ ਹੈ, ਸਾਰੇ ਵਪਾਰੀ ਨੇ, ਸਾਰੇ ਦੁਕਾਨਦਾਰ ਨੇ ਭਾਈ। ਉਹਨੇ ਕਿਹਾ ਸੀ ਨਾ ਵੀ ਤੁਸੀਂ ਖੱਤਰੀ ਹੋ। ਹਾਂਜੀ। ਤਦਪ ਨ ਨਿਸਚਾ ਭੂਪਤ ਆਵਾ, ਮਨ ਕਹਿ ਵਿਖੇ ਅਦਕ ਅਕਲਾਵਾ। ਰਾਜੇ ਨੂੰ ਫਿਰ ਨਹੀਂ ਗੱਲ ਸਮਝ ਆਈ ਵੀ ਇਹਦਾ ਅਰਥ ਕੀ ਹੋਇਆ, ਇਹਦਾ ਕੀ ਭਾਵ ਹੈ। ਵੀ ਜੇ ਇਹ ਬ੍ਰਾਹਮਣ ਵੀ ਨਹੀਂ, ਇਹ ਜੋਗੀ ਵੀ ਨਹੀਂ, ਇਹ ਖੱਤਰੀ ਵੀ ਨਹੀਂ। ਹਾਂਜੀ। ਨਿਰਨਹਿ ਕਰ ਨਹਿ ਜਾਤ ਬਤਾਵੈ, ਨਹਿ ਨਿਜ ਆਨਨ ਨਾਮ ਅਲਾਵੈ। ਕਹਿਣ ਲੱਗਾ ਮੈਂ ਸਮਝ ਗਿਆ ਵੀ ਇਹਨਾਂ ਨੇ ਆਪਣੇ ਮੂੰਹ ਤੋਂ ਨਾ ਮੈਨੂੰ ਨਾਂ ਦੱਸਣਾ ਹੈ ਆਪਣਾ, ਤੇ ਨਾ ਹੀ ਇਹਨਾਂ ਨੇ ਮੈਨੂੰ ਆਪਣੀ ਜਾਤੀ ਦੱਸਣੀ ਹੈ ਵੀ ਮੇਰੀ ਜਾਤੀ ਕਿਹੜੀ ਹੈ। ਹਾਂਜੀ। ਸਾਧ ਗ੍ਰਸਤੀ ਜਗਤ ਮੈਂ, ਔਰ ਸੇ ਮੁਖੀ ਸੰਤ। ਕਹਿਣ ਲੱਗਾ ਜੀ ਦੁਨੀਆ ਦੇ ਵਿੱਚ ਲੋਕ ਸਾਧੂ ਵੀ ਨੇ, ਦੁਨੀਆ ਦੇ ਵਿੱਚ ਲੋਕ ਗ੍ਰਸਤੀ ਵੀ ਨੇ। ਇਸ ਦੁਨੀਆ ਦੇ ਵਿੱਚ ਜਿਹੜੇ ਲੋਕ ਨੇ ਉਹ ਦੋ ਤਰ੍ਹਾਂ ਦੇ ਨੇ। ਸੇ ਮੁਖੀ ਸੰਤ, ਤੁਸੀਂ ਕਿਹਨਾਂ ਚੋਂ? ਗ੍ਰਸਤੀਆਂ ਚੋਂ ਹੋ ਕਿ ਜਿਹੜੇ ਸਾਧ ਨੇ, ਗ੍ਰਸਤ ਜਿਹੜੇ ਵਿਆਹ ਸ਼ਾਦੀ ਨਹੀਂ ਕਰਦੇ, ਤੁਸੀਂ ਉਹਨਾਂ ਵਿੱਚੋਂ? ਹਾਂਜੀ। ਉਭੈ ਮਦ ਤੁਮ ਕੌਣ ਹੋ, ਕਹੋ ਸੰਤ ਜੀ ਮੰਤ। ਚਲੋ ਫਿਰ ਆਪਣਾ ਮੈਨੂੰ ਮਾਤੀ ਦੱਸ ਦਿਓ ਵੀ ਗ੍ਰਸਤੀਆਂ ਵਾਲਾ ਹੈ ਕਿ ਉਦਾਸੀਆਂ ਵਾਲਾ ਹੈ, ਤੁਸੀਂ ਇਹਨਾਂ ਚੋਂ ਕੌਣ ਹੋ? ਹਾਂਜੀ। ਦੋਵੈ ਸਿਰ ਸਤ ਗੁਰੂ ਨ ਬੇੜੈ, ਸੋ ਬੂਝੈ ਜਿਸ ਏਕ ਲਿਵ ਲਾਗੀ। ਜਿਉ ਰਹੈ ਨਿਬਰਾਤੀ, ਸ਼ਬਦ ਵਸਾਏ ਪਰਮ ਚੁਕਾਏ। ਸਦਾ ਸੇਵਕ ਦਿਨ ਰਾਤੀ। ਸਤਿਗੁਰੂ ਜੀ ਨੇ ਉਹ ਵੀ ਝਗੜਾ ਨਿਬੇੜ ਦਿੱਤਾ। ਕਹਿਣ ਲੱਗੇ ਭਾਈ ਅਸੀਂ ਸਾਧੂ ਵੀ ਹਾਂ, ਅਸੀਂ ਗ੍ਰਸਤੀ ਵੀ ਹਾਂ, ਸਾਡੀ ਤਾਂ ਲਿਵ ਇੱਕ ਪਰਮਾਤਮਾ ਨਾਲ ਲੱਗੀ ਹੋਈ ਹੈ। ਸ਼ਬਦ ਵਸਾਏ ਭਰਮ ਚੁਕਾਏ, ਸਦਾ ਸੇਵਕ ਦਿਨ ਰਾਤੀ। ਬਾਣੀ ਅਸੀਂ ਪੱਲੇ ਬੱਧੀ ਹੋਈ ਹੈ, ਭਰਮ ਅਸੀਂ ਸਾਰੇ ਛੱਡ ਦਿੱਤੇ ਨੇ, ਤੇ ਦਿਨ ਰਾਤ ਅਸੀਂ ਰੱਬ ਦੇ ਸੇਵਕ ਬਣ ਕੇ ਵਿਚਰਦੇ ਹਾਂ। ਹਾਂਜੀ। ਬਹੁ ਵਿਚਾਰ ਕਰ ਸੋਚਣ ਲਾਗਾ, ਘਟੀ ਬਿਤੈ ਪੁਨ ਕਹਿ ਵੱਡ ਭਾਗਾ। ਇਹ ਜਿਹੜਾ ਰਾਜਾ ਸੀ ਫਿਰ ਸੋਚਣ ਲੱਗ ਗਿਆ ਵੀ ਇਹ ਕੀ ਬਣਿਆ। ਬਹੁ ਵਿਚਾਰ ਕਰ ਸੋਚਣ ਲਾਗਾ, ਘਟੀ ਬਿਤੇ ਪੁਨ ਕਹਿ ਵੱਡ ਭਾਗਾ। ਇੱਕ ਘੜੀ ਚੁੱਪ ਹੀ ਹੋ ਗਿਆ, 22-23 ਮਿੰਟ ਚੁੱਪ ਕਰਕੇ ਖਲੋਤਾ ਰਿਹਾ ਵੀ ਕੀ ਬੋਲਾਂ, ਹੁਣ ਕੀ ਬੋਲਾਂ। ਚਾਰ ਗੱਲਾਂ ਪੁੱਛੀਆਂ, ਚਾਰਾਂ ਦੇ ਵਿੱਚੋਂ ਪੱਲੇ ਕੁਝ ਨਹੀਂ ਪਿਆ। ਹਾਂਜੀ। ਜੇ ਤੁਮ ਗੋਰਖ ਦੇਹੋ 부ਝਾਈ, ਸੁਣ ਕਰ ਸਤ ਗੁਰ ਗਿਰਾ ਅਲਾਈ। ਕਹਿਣ ਲੱਗਾ ਜੀ ਤੁਸੀਂ ਗੁਰੂ ਗੋਰਖ ਤਾਂ ਨਹੀਂ, ਜੇ ਉਹ ਤੇ ਤਾਂ ਦੱਸ ਦਿਓ। ਸਤਿਗੁਰੂ ਜੀ ਨੇ ਫਿਰ ਬਚਨ ਉਚਾਰੇ। ਹਾਂਜੀ। ਊਪਰ ਗਗਨ ਗਗਨ ਪਰ ਗੋਰਖ, ਤਾਂ ਕਾ ਅਗਮ ਗੁਰੂ ਪੁਨ ਵਾਸੀ। ਸਤਿਗੁਰੂ ਕਹਿਣ ਲੱਗੇ ਉੱਪਰ ਗਗਨ ਹੈ ਤੇ ਗਗਨ ਪਰ ਗੋਰਖ, ਤੇ ਗਗਨ ਦਾ ਮਾਲਕ ਇੱਕ ਗੋਰਖ ਹੈ। ਕਹਿੰਦੇ ਭਾਈ ਅਸੀਂ ਤਾਂ ਉਹਨੂੰ ਮੰਨਣ ਵਾਲੇ ਹਾਂ। ਹਾਂਜੀ। ਗੁਰ ਬਚਨੀ ਬਾਹਰ ਘਰ ਏਕੋ, ਨਾਨਕ ਭਇਆ ਉਦਾਸੀ। ਕਹਿਣ ਲੱਗੇ ਅਸੀਂ ਗੁਰ ਬਚਨੀ ਬਾਹਰ ਘਰ ਏਕੋ, ਗੁਰੂ ਦੇ ਬਚਨਾਂ ਵਿੱਚ ਘਰ ਵੀ ਉਹੋ ਜਿਹਾ ਤੇ ਬਾਹਰ ਵੀ ਉਹੋ ਜਿਹਾ, ਤੇ ਨਾਨਕ ਭਇਆ ਉਦਾਸੀ। ਕਹਿਣ ਲੱਗੇ ਮੈਂ ਨਾਨਕ ਹਾਂ ਤੇ ਮੈਂ ਅੱਜ ਕੱਲ੍ਹ ਉਦਾਸੀ ਬਣਿਆ ਹੋਇਆ। ਥੋੜ੍ਹਾ ਜਿਹਾ ਪਤਾ ਉਸ ਰਾਜੇ ਨੂੰ ਦਿੱਤਾ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ੍ਹ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਕੁਝ ਦਿਨ ਕਥਾ ਦਾ ਸਮਾਂ ਇਹੀ ਰਹੇਗਾ, 8 ਤੋਂ 9 ਬੰਗਲਾ ਸਾਹਿਬ ਗੁਰਦੁਆਰੇ ਦੀ ਕੈਪ ਆਉਂਦੀ ਹੈ।
ਅਗਰ ਉਹ ਤੁਸੀਂ ਆਪਣੇ ਫੋਨ ਵਿੱਚ ਡਾਊਨਲੋਡ ਕਰਦੇ ਹੋ ਤਾਂ ਇਹ ਲਾਈਵ ਆਡੀਓ ਵੀਡੀਓ ਕਥਾ ਤੁਸੀਂ ਕਿਤੇ ਵੀ ਬੈਠੇ ਹੋਵੋ ਇਹ ਸੁਣ ਸਕਦੇ ਹੋ। ਕਥਾ ਰੋਜ਼ ਹੁੰਦੀ ਹੈ, ਗੁਰੂ ਇਤਿਹਾਸ ਦੀ ਕਥਾ ਹੈ, ਗੁਰੂ ਕੀ ਸਾਖੀ ਹੈ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।